ਅੱਜ ਪ੍ਰਾਈਵੇਟ ਸਕੂਲ ਰੌਲਾ ਪਾਉਂਦੇ ਨੇ ਕਿ ਸਾਡੇ ਕੋਲ ਟੀਚਰਾਂ ਨੂੰ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ, ਜਾਂ ਦੂਜਾ ਸਾਡਾ ਨਾਨ ਟੀਚਿੰਗ ਸਟਾਫ ਆ ਉਹਨੂੰ ਅਸੀਂ ਪੈਸੇ ਨਹੀਂ ਦੇ ਪਾ ਰਹੇ। ਕੀ ਜਿਹੜੇ ਬਾਕੀ ਦੇ ਸਕੂਲ ਸੀਗੇ ਉਹਨਾਂ ਕੋਲ ਟੀਚਰ ਹੈ ਨਹੀਂਗੇ? ਸਰਕਾਰ ਨੇ ਇਹ ਵੀ ਕਿਹਾ ਵੀ ਜੇ ਕੋਈ ਫੀਸ ਲੇਟ ਭਰਦਾ ਹੈ ਤਾਂ ਉਹ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾਊਗਾ। ਸਰਕਾਰ ਤਾਂ ਵੀ ਕਹਿੰਦੀ ਕਿ ਸਕੂਲ 'ਚ ਫ੍ਰੀ ਬੱਚੇ 20% ਪੜ੍ਹਨੇ ਚਾਹੀਦੇ ਨੇ, ਬਟ ਕਿਤੇ 20% ਸਕੂਲ 'ਚ ਕਿਸੇ ਬੱਚੇ ਨਹੀਂ ਪੜ੍ਹਦੇ। ਹਰ ਸਕੂਲ ਦਾ, ਚਾਹੇ ਉਹ ਛੋਟੇ ਲੈਵਲ ਦਾ, ਚਾਹੇ ਉਹ ਰਿਕਸ਼ੇ ਵਾਲਾ ਦਾ ਬੱਚਾ, ਚਾਹੇ ਉਹ ਗੱਡੀ ਵਾਲਾ ਦਾ ਬੱਚਾ, ਉਹਨਾਂ ਨੂੰ ਕਿਹਾ ਜਾਂਦਾ ਅਗਰ ਫੀਸ ਲੇਟ ਹੈ ਤਾਂ ਫੀਸ ਲੇਟ ਚਾਰਜ ਵੀ ਲਾਇਆ ਜਾਂਦਾ ਜੀ, ਤੰਗ ਵੀ ਕੀਤਾ ਜਾਂਦਾ। ਜਿੱਦਾਂ ਪੇਪਰ ਆਉਂਦੇ ਨੇ ਪੇਪਰਾਂ 'ਚ ਬੈਠਣ ਨਹੀਂ ਦਿੱਤਾ ਜਾਂਦਾ। ਉਸ ਟਾਈਮ ਕੋਈ ਸਰਕਾਰ, ਕੋਈ ਬੰਦਾ ਕਿ ਸੁਣਵਾਈ ਨਹੀਂ ਕਰਦਾ। ਇੱਕ ਸਕੂਲ 'ਚ ਐਵਰੇਜ ਲੁਧਿਆਣੇ 'ਚ 2000 ਬੱਚਾ ਪੜ੍ਹਦਾ ਜੀ। ਦੈਟ ਮੀਨਸ ਅਗਰ ਮੈਂ ਇਹਨੂੰ 3000 ਨਾਲ ਮਲਟੀਪਲਾਈ ਕਰਾਂ ਤਾਂ 60 ਲੱਖ ਰੁਪਇਆ ਬਣਦਾ ਜੀ। ਪੂਰੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਸਰਕਾਰ ਨੇ ਪਤਾ ਨਹੀਂ ਕਿਹੜੀ ਮਨਸ਼ਾ ਨਾਲ ਦੋ ਹਿੱਸਿਆਂ 'ਚ ਡਿਵਾਈਡ ਕਰਤਾ ਜੀ ਆਪਣੇ ਆਪ 'ਚ। ਇੱਕ ਤਾਂ ਉਹ ਸਕੂਲ ਬਣਾਤੇ ਜਿਨ੍ਹਾਂ ਨੇ ਆਨਲਾਈਨ ਐਜੂਕੇਸ਼ਨ ਦਿੱਤੀ ਹੈ, ਔਰ ਕੁਝ ਸਕੂਲ ਇਸ ਤਰ੍ਹਾਂ ਦੇ ਬਣਾਤੇ ਜਿਨ੍ਹਾਂ ਨੂੰ ਕਹਿਤਾ ਕਿ ਜਿਨ੍ਹਾਂ ਨੇ ਆਨਲਾਈਨ ਐਜੂਕੇਸ਼ਨ ਨਹੀਂ ਦਿੱਤੀ ਉਹ ਪੇਰੈਂਟਸ ਤੋਂ 1 ਰੁਪਈਆ ਵੀ ਵਸੂਲ ਨਹੀਂ ਕਰਨਗੇ। 60 ਲੱਖ ਦੇ ਉੱਤੇ ਮੈਂ ਸਰਕਾਰੀ ਬੈਂਕ ਦਾ ਵਿਆਜ ਵੀ ਜੋੜਾਂ ਤਾਂ 7 ਸਾਲਾਂ ਬਾਅਦ ਉਹ ਡਬਲ ਹੋ ਜਾਣਾ ਹੈ, ਔਰ 14 ਸਾਲਾਂ ਤੱਕ ਜਾਂਦੇ ਜਾਂਦੇ ਉਹਨੇ 2 ਕਰੋੜ 40 ਲੱਖ ਰੁਪਏ ਹੋ ਜਾਣਾ। ਸਕੂਲ ਨੇ ਪੈਸੇ ਮੋੜਨੇ ਕਿੰਨੇ ਆ? 60 ਲੱਖ ਰੁਪਈਆ। ਸਕੂਲ ਨੇ ਤਾਂ ਬੇਸਿਕ ਜਿਹੜਾ ਲਿਆ ਵਾ ਉਹੀ 60 ਲੱਖ ਮੋੜਨਾ ਹੈ। ਹੁਣ 1 ਕਰੋੜ 80 ਲੱਖ ਰੁਪਏ ਕਿੱਥੇ ਹੈ? ਜਿਹੜਾ ਉਹਦਾ ਵਿਆਜ ਆ ਰਿਹਾ ਹੈ ਐਫਡੀ ਦਾ, ਜਿਹੜਾ ਫਿਕਸਡ ਡਿਪੋਜ਼ਿਟ ਪਿਆ ਤੁਹਾਡਾ, ਉਹਦਾ ਵਿਆਜ ਆ ਰਿਹਾ ਕਿੱਥੇ ਜਾ ਰਿਹਾ ਹੈ? ਕਿ ਜਿਹੜੇ ਐਨੂਅਲ ਚਾਰਜਸ ਨੇ, ਐਡਮਿਸ਼ਨ ਫੀਸ ਹੈ, ਉਹ 3 ਮਹੀਨੇ ਤੋਂ ਬਾਅਦ ਇਸ ਆਰਡਰ ਤੋਂ ਬਾਅਦ ਹਾਲੇ ਦੀ ਘੜੀ ਤਾਂ ਲੈਣਗੇ ਨਹੀਂ। ਮੰਨ ਲਿਆ ਅਸੀਂ ਮੰਨ ਕੇ ਚੱਲਦੇ ਹਾਂ ਟਿਊਸ਼ਨ ਫੀਸ ਦੇਤੀ, ਕੀ ਉਹ ਬਿਲਕੁਲ ਛੱਡ ਦੇਣਗੇ? ਅਗਲੇ 6 ਮਹੀਨੇ ਬਾਅਦ ਫਿਰ ਕਹਿਣਗੇ ਜੀ ਛੱਡੇ ਨਹੀਂ ਸੀਗੇ, ਛੱਡੇ ਨਹੀਂ ਸੀ, ਅਸੀਂ ਸਿਰਫ ਉਹ ਫਾਦਰ ਟਾਈਮ ਬਿੰਗ ਛੱਡੇ ਸੀ, ਹੁਣ ਤੁਹਾਡੇ ਤੋਂ ਵਸੂਲ ਕਰਨੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਕੁਵਰਜੋਤ ਸਿੰਘ। ਕੁਝ ਦਿਨ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਜਾਂਦੀ ਹੈ ਵੀ ਜਿਹੜੇ ਸਕੂਲ ਆਨਲਾਈਨ ਕਲਾਸਿਸ ਚਲਾ ਰਹੇ ਆ ਉਹ ਬੱਚਿਆਂ ਤੋਂ ਸਿਰਫ ਟਿਊਸ਼ਨ ਫੀਸ ਲੈ ਸਕਦੇ ਆ। ਇੱਕ ਬਹੁਤ ਵੱਡੀ ਰਾਹਤ ਦਿੱਤੀ ਗਈ ਤੇ ਇਹ ਵੀ ਕਿਹਾ ਗਿਆ ਵੀ ਜਿਹੜਾ ਫੀਸ ਨਹੀਂ ਦੇ ਸਕਦਾ ਉਹ ਕਿਸ਼ਤਾਂ 'ਚ ਵੀ ਫੀਸ ਦੇ ਸਕਦਾ। ਬਟ ਹਜੇ ਵੀ ਦੇਖਿਆ ਜਾ ਰਿਹਾ ਵੀ ਕੁਝ ਪੇਰੈਂਟਸ ਜਿਹੜੇ ਨੇ ਪਰੇਸ਼ਾਨ ਨੇ, ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ। ਤੇ ਇਸ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਪੇਰੈਂਟਸ ਐਸੋਸੀਏਸ਼ਨ ਤੋਂ, ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ। ਤੁਹਾਡੀ ਕੀ ਪ੍ਰੋਬਲਮ ਕੀ ਹੈ ਜਦ ਇਹਦੀਆਂ ਛੁੱਟਾਂ ਸਰਕਾਰ ਨੇ ਦੇ ਹੀ ਦਿੱਤੀਆਂ? ਹੁਣ ਪੇਰੈਂਟਸ ਦੀ ਉਹਦੇ 'ਚ ਪਰੇਸ਼ਾਨੀ ਇਹ ਹੈ ਜੀ ਕਿ ਜਿਹੜਾ ਫਸਟ ਕੁਆਟਰ ਹੁੰਦਾ ਉਹਦੇ 'ਚ ਇੱਕ ਤਾਂ ਐਡਮਿਸ਼ਨ ਫੀਸ ਲਈ ਜਾਂਦੀ ਹੈ, ਐਨੂਅਲ ਫੰਡ ਹੈ, ਹੋਰ ਵੀ ਇਸ ਤਰ੍ਹਾਂ ਦੇ ਕੁਝ ਚੀਜ਼ ਫੰਡ ਹੈਗੇ ਨੇ। ਲੇਕਿਨ ਇਸ ਆਰਡਰ 'ਚ ਇਹ ਚੀਜ਼ ਬਿਲਕੁਲ ਕਲੀਅਰ ਨਹੀਂ ਕੀਤੀ ਗਈ ਕਿ ਉਹ ਫੰਡ ਨਹੀਂ ਲਏ ਜਾਣਗੇ ਦਾ ਵਰਡ ਜਿਹੜਾ ਯੂਜ਼ ਕੀਤਾ ਗਿਆ ਹੈ, ਉਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਪੂਰੀ ਰਾਹਤ ਨਹੀਂ ਦਿੱਤੀ ਗਈ। ਹੋ ਸਕਦਾ ਉਹ ਇਸ ਕੁਆਟਰ ਤੋਂ ਬਾਅਦ ਲਏ ਜਾਣ। ਕੱਲ੍ਹ ਨੂੰ ਸਕੂਲਸ ਜਾਂ ਗੌਰਮੈਂਟ ਜਾਂ ਕੋਈ ਰੂਲ ਬਣਾ ਲਿਆ ਜਾਵੇ ਕਿ ਇਹ ਫੰਡ ਜਿਹੜੇ ਤੁਹਾਡੇ ਪਹਿਲੇ ਕੁਆਟਰ ਦੇ ਤੁਹਾਨੂੰ ਰਾਹਤ ਦਿੱਤੀ ਗਈ ਸੀ ਉਹਨਾਂ ਨੂੰ ਅਗਲੇ ਕੁਆਟਰਸ ਦੇ ਵਿੱਚ ਐਡਜਸਟ ਕੀਤਾ ਜਾਂਦਾ, ਤੁਹਾਡੀਆਂ ਕਿਸ਼ਤਾਂ ਬਣਾ ਇੰਸਟਾਲਮੈਂਟ 'ਤੇ ਤੁਹਾਡੇ ਤੋਂ ਪੈਸੇ ਲਏ ਜਾਣਗੇ। ਲਿਖਿਆ ਤਾਂ ਇਹ ਜਾਣਾ ਚਾਹੀਦਾ ਸੀ ਕਿ ਜਿਹੜੇ ਬਾਕੀ ਦੇ ਫੰਡ ਨੇ ਬਿਨਾਂ ਟਿਊਸ਼ਨ ਫੀਸ ਤੋਂ ਉਹ ਬਿਲਕੁਲ ਮੁਆਫ ਕੀਤੇ ਜਾਂਦੇ ਨੇ। ਕਲੀਅਰ ਵਰਡਿੰਗ ਇਹ ਹੋਣੀ ਚਾਹੀਦੀ ਸੀ, ਤੇ ਉਸ ਕਰਕੇ ਥੋੜ੍ਹਾ ਜਿਹਾ ਭਰਮ ਭੁਲੇਖਾ ਹਾਲੇ ਇਹ ਹੈਗਾ ਜੀ। ਬਟ ਉਹਦੇ 'ਚ ਕਿਹਾ ਵੀ ਗਿਆ ਵੀ ਕਿਸੇ ਵੀ ਪ੍ਰਕਾਰ ਦੀ ਟਿਊਸ਼ਨ ਫੀਸ, ਕੋਈ ਹੋਰ ਖਰਚਾ, ਕੋਈ ਬਿਲਡਿੰਗ ਫੀਸ ਨਹੀਂ ਲਿੱਤੀ ਜਾ ਸਕਦੀ। ਨੋਟੀਫਿਕੇਸ਼ਨ 'ਚ ਇਹ ਲਿਖਿਆ ਵੀ ਗਿਆ। ਹਾਂਜੀ, ਮੈਂ ਬਿਲਕੁਲ ਇਹ ਕਹਿ ਰਿਹਾ ਕਿ ਕਿਹਾ ਗਿਆ ਕਿ ਨਹੀਂ ਲੈਣੀ, ਫਾਦਰ ਟਾਈਮ ਬਿੰਗ ਨਹੀਂ ਲੈਣੀ ਇਸ ਕੁਆਟਰ ਨਾਲ। ਲੇਕਿਨ ਉਹਦੇ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਪੂਰੇ ਸਾਲ 'ਚ ਤੁਸੀਂ ਇਹ ਚਾਰਜਸ ਨਹੀਂ ਲਾਓਗੇ, ਇਹ ਬਿਲਕੁਲ ਵੇਵ ਆਫ ਕੀਤੇ ਜਾਂਦੇ ਨੇ। ਮਤਲਬ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਜਿਹੜਾ ਹੈ ਇਹ ਗੱਲਾਂ ਗੋਲਮੋਲ ਹੋ ਰਹੀਆਂ? ਬਿਲਕੁਲ ਗੋਲਮੋਲ ਹੋ ਰਹੀ ਹੈ ਜੀ। ਇਹਦੇ 'ਚ ਕਈ ਚੀਜ਼ਾਂ ਨੇ ਜਿਹੜੀਆਂ ਬੜੀਆਂ ਗੋਲਮੋਲ ਤਰੀਕੇ ਨਾਲ ਇਹ ਆਰਡੀਨੈਂਸ ਜਾਂ ਆਰਡਰ ਜਾਰੀ ਕੀਤਾ ਗਿਆ ਜੀ। ਇਹਦੇ 'ਚ ਇੱਕ ਬੜੀ ਵੱਡੀ ਚੀਜ਼ ਹੈ ਜੀ ਕਿ ਪੂਰੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਸਰਕਾਰ ਨੇ ਪਤਾ ਨਹੀਂ ਕਿਹੜੀ ਮਨਸ਼ਾ ਨਾਲ ਦੋ ਹਿੱਸਿਆਂ 'ਚ ਡਿਵਾਈਡ ਕਰਤਾ ਜੀ ਆਪਣੇ ਆਪ 'ਚ ਹੀ। ਇੱਕ ਤਾਂ ਉਹ ਸਕੂਲ ਬਣਾਤੇ ਜਿਨ੍ਹਾਂ ਨੇ ਆਨਲਾਈਨ ਐਜੂਕੇਸ਼ਨ ਦਿੱਤੀ ਹੈ, ਔਰ ਕੁਝ ਸਕੂਲ ਇਸ ਤਰ੍ਹਾਂ ਦੇ ਬਣਾਤੇ ਜਿਨ੍ਹਾਂ ਨੂੰ ਕਹਿਤਾ ਕਿ ਜਿਨ੍ਹਾਂ ਨੇ ਆਨਲਾਈਨ ਐਜੂਕੇਸ਼ਨ ਨਹੀਂ ਦਿੱਤੀ ਉਹ ਪੇਰੈਂਟਸ ਤੋਂ 1 ਰੁਪਈਆ ਵੀ ਵਸੂਲ ਨਹੀਂ ਕਰਨਗੇ। ਇਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਹੈ ਕਿ ਜਿਹੜੀ ਵੱਡੀ ਲੌਬੀ ਹੈ, ਜਿਨ੍ਹਾਂ ਕੋਲ ਇਨਫਰਾਸਟਰਕਚਰ ਸੀਗਾ ਆਨਲਾਈਨ ਪੜ੍ਹਾਉਣ ਦਾ, ਉਹਨਾਂ ਕੋਲ ਆਲਰੇਡੀ ਉਹ ਸੈਟਅਪ ਸੀਗਾ, ਅਤੇ ਉਹਨਾਂ ਨੂੰ ਤਾਂ ਆਪਣੀ ਜੋ ਵੀ ਫਾਰਮੈਲਿਟੀ ਦੇ ਤੌਰ 'ਤੇ ਪੜ੍ਹਾਈ ਜਾ ਰਹੀ ਹੈ ਇਸ ਟਾਈਮ ਵੀ ਆਨਲਾਈਨ ਜਿਹੜੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਉਹਦਾ ਕੋਈ ਬਹੁਤਾ ਪ੍ਰੈਕਟੀਕਲ ਫਾਇਦਾ ਨਹੀਂ ਹੋ ਰਿਹਾ। ਬੱਚਿਆਂ ਦੀ ਅੱਖਾਂ 'ਤੇ ਅਸਰ ਹੋ ਰਿਹਾ ਹੈ, ਸਾਰੀਆਂ ਚੀਜ਼ਾਂ ਸਾਨੂੰ ਪਤਾ ਹੈ। ਮੈਡੀਕਲ ਖੁਦ ਡਾਕਟਰਸ ਨੇ ਕਹਿਤਾ ਕਿ ਇਹ ਠੀਕ ਨਹੀਂ ਹੈਗੀ, ਔਰ ਸਰਕਾਰ ਨੇ ਇਹ ਕਹਿਤਾ ਕਿ ਜਿਨ੍ਹਾਂ ਨੇ ਆਨਲਾਈਨ ਪੜ੍ਹਾਈ ਕਰਾਈ ਆ ਉਹ ਸਿਰਫ ਟਿਊਸ਼ਨ ਫੀਸ ਲੈ ਲੈਣ। ਇਹਦਾ ਮਤਲਬ ਤਾਂ ਇਹ ਹੋਇਆ ਵੱਡੇ ਘਰਾਣਿਆਂ ਨੂੰ ਤਾਂ ਉਹਨਾਂ ਨੇ ਇੱਕ ਤਰ੍ਹਾਂ ਦੀ ਰਾਹਤ ਦੇਤੀ ਕਿ ਤੁਸੀਂ ਪੇਰੈਂਟਸ ਤੋਂ ਪੈਸੇ ਵਸੂਲ ਕਰ ਲਓ, ਔਰ ਜਿਹੜੇ ਛੋਟੇ ਤਬਕੇ ਦੇ, ਮੈਂ ਸਾਫ਼ ਕਹੂੰਗਾ, ਮੈਂ ਐਜ਼ ਐਨ ਪੇਰੈਂਟ ਇੱਕ ਗੱਲ ਕਹਿਣਾ ਕਿ ਜਿਹੜੇ ਛੋਟੇ ਲੈਵਲ ਦੇ ਸਕੂਲ ਨੇ ਜਿਹੜੇ ਵਿਚਾਰੇ ਨਹੀਂ ਦੇ ਸਕੇ ਆਨਲਾਈਨ ਸਿੱਖਿਆ, ਜਿਨ੍ਹਾਂ ਕੋਲ ਇਹ ਸੈਟਅਪ ਨਹੀਂ ਸੀਗਾ, ਇਹਦਾ ਮਤਲਬ ਉਹਨਾਂ ਨੇ ਗਲਤੀ ਕਰ ਲਈ।
ਅੱਜ ਪ੍ਰਾਈਵੇਟ ਸਕੂਲ ਰੌਲਾ ਪਾਉਂਦੇ ਨੇ ਕਿ ਸਾਡੇ ਕੋਲ ਟੀਚਰਾਂ ਨੂੰ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ, ਜਾਂ ਦੂਜਾ ਸਾਡਾ ਨਾਨ ਟੀਚਿੰਗ ਸਟਾਫ ਆ ਉਹਨੂੰ ਅਸੀਂ ਪੈਸੇ ਨਹੀਂ ਦੇ ਪਾ ਰਹੇ। ਕੀ ਜਿਹੜੇ ਬਾਕੀ ਦੇ ਸਕੂਲ ਸੀਗੇ ਉਹਨਾਂ ਕੋਲ ਟੀਚਰ ਹੈ ਨਹੀਂਗੇ? ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਐਡੀ ਵੱਡੀ ਮੁਸੀਬਤ ਹੈ, ਇਹ ਕੁਦਰਤੀ ਆਫਤ ਨੂੰ ਗਿਣਿਆ ਜਾ ਰਿਹਾ ਹੈ, ਨਾ ਕਿ ਸਟੇਟ ਲੈਵਲ ਜਾਂ ਨੈਸ਼ਨਲ ਲੈਵਲ ਦੀ, ਇੰਟਰਨੈਸ਼ਨਲ ਲੈਵਲ ਦੀ ਡਿਜ਼ਾਸਟਰ ਹੈ ਇਹ। ਔਰ ਉਹਦੇ 'ਚ ਅਸੀਂ ਕਹਿੰਦੇ 3 ਮਹੀਨੇ ਦਾ ਛੱਡੋ ਜੀ, 3 ਮਹੀਨੇ ਦੀ ਪਹਿਲਾਂ ਦਾ ਫੀਸ ਪੂਰੀ ਦੀ ਪੂਰੀ ਰਾਹਤ ਦੇਣੀ ਚਾਹੀਦੀ ਸੀ। ਇਸ 'ਚ ਕੋਈ ਪੈਸਾ ਨਹੀਂ ਪੇਰੈਂਟਸ ਤੋਂ ਲਿਆ ਜਾਊਗਾ, ਇਹ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਸੀਗੀ। ਲੇਕਿਨ ਉਹਦੇ 'ਚ ਹੁਣ ਕਨਫਿਊਜ਼ਨ ਇਹ ਕ੍ਰੀਏਟ ਕਰਤਾ ਹੈ ਕਿ ਟਿਊਸ਼ਨ ਫੀਸ ਲਈ ਜਾਊਗੀ ਸਿਰਫ। ਅਸੀਂ ਟਿਊਸ਼ਨ ਫੀਸ ਦੀ ਵੀ ਗੱਲ ਕਰ ਲਈਏ ਤਾਂ ਅਸੀਂ ਪਿਛਲੇ 5 ਸਾਲਾਂ ਤੋਂ ਇਸ ਸੰਘਰਸ਼ ਨੂੰ ਕਰ ਰਹੇ ਹਾਂ, ਔਰ ਸਾਨੂੰ ਪ੍ਰਾਈਵੇਟ ਸਕੂਲਾਂ ਦੀਆਂ ਸਾਰੀਆਂ ਚਾਲਾਂ ਪਤਾ ਨੇ। ਉਹਨਾਂ ਨੇ ਕੀ ਕਰਨਾ ਜੀ, ਟਿਊਸ਼ਨ ਫੀਸ ਦੇ ਵਿੱਚ ਸਮਾਰਟ ਕਲਾਸ, ਕੰਪਿਊਟਰ ਫੀਸਿਸ, ਲੈਬ ਫੀਸਿਸ, ਇਹ ਸਾਰੀਆਂ ਇਨਕਲੂਡ ਕਰਕੇ ਇੱਕ ਹੈੱਡ ਬਣਾ ਕੇ ਟਿਊਸ਼ਨ ਫੀਸ ਦਾ ਨਾਮ ਦੇ ਦੇਣਾ ਉਹਨਾਂ ਨੇ। ਹੁਣ ਉਹ ਕੌਣ ਉਹਨੂੰ ਜਸਟੀਫਾਈ ਕਰੂਗਾ ਜਾਂ ਕਲੈਰੀਫਾਈ, ਜਾਂ ਉਹਨੂੰ ਕਿੱਥੇ ਜਾ ਕੇ ਕਲੀਅਰ ਕੀਤਾ ਜਾਊਗਾ ਕਿ ਇਹ ਟਿਊਸ਼ਨ ਫੀਸ ਹੀ ਹੈ, ਇਹ ਪਿਛਲੇ ਸਾਲ ਵਾਲੀ ਟਿਊਸ਼ਨ ਫੀਸ ਹੀ ਹੈ। ਸੋ ਉਹਦੇ ਲਈ ਅਸੀਂ ਕੈਪਟਨ ਸਾਹਿਬ ਨੂੰ ਵੀ, ਇੱਕ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਮਾਣਯੋਗ, ਉਹਨਾਂ ਨੂੰ ਵੀ ਅਸੀਂ ਇੱਕ ਲੈਟਰ ਲਿਖ ਰਹੇ ਹਾਂ, ਸਿੱਖਿਆ ਮੰਤਰੀ ਸਾਹਿਬ ਨੂੰ ਵੀ, ਕਿ ਉਹਨੂੰ ਕਿਸ ਤਰ੍ਹਾਂ ਜੱਜ ਕੀਤਾ ਜਾ ਸਕਦਾ। ਵੀਰ ਇੱਕ ਗੱਲ ਦੱਸੋਗੇ ਵੀ ਪ੍ਰੋਸਪੈਕਟ ਤੇ ਸਾਫ਼ ਲਿਖਿਆ ਹੁੰਦਾ ਵੀ ਇੰਨੀ ਟਿਊਸ਼ਨ ਫੀਸ ਹੈ, ਇੰਨਾ ਸਪੋਰਟਸ ਦਾ ਖਰਚਾ ਹੈ, ਇੰਨਾ ਫੰਕਸ਼ਨਸ ਦਾ ਖਰਚਾ ਹੈ, ਫਿਰ ਇਹ ਕਿੱਦਾਂ ਟਿਊਸ਼ਨ ਫੀਸ ਵੱਧ ਲੈ ਸਕਦੇ ਨੇ? ਸਰ ਜੀ, ਮੇਰੇ ਬੱਚੇ ਜਿਹੜੇ ਸਕੂਲ ਪੜ੍ਹਦੇ ਨੇ ਉਹਨਾਂ ਦੀ 1850 ਰੁਪਇਆ ਇੱਕ ਬੱਚੇ ਦੀ ਫੀਸ ਹੈ ਜੀ। 1850 ਦੇ ਵਿੱਚੋਂ 170 ਰੁਪਏ ਐਕਸਟਰਾ ਚਾਰਜ ਨੇ, ਜਿਹਦੇ 'ਚ 1680 ਰੁਪਏ ਆ ਪੜ੍ਹਿਆ ਜਾਵੇ ਜੀ, 1680 ਰੁਪਏ ਉਹਨਾਂ ਦੀ ਜੈਨੂਅਲ ਫੀਸ ਹੈ। ਤੇ ਜੇ ਟਿਊਸ਼ਨ ਫੀਸ ਦੀ ਗੱਲ ਕਰਦਾ, ਟਿਊਸ਼ਨ ਫੀਸ ਹੀ ਜੇ ਦੇਣੀ ਹੈ ਤੇ 170 ਰੁਪਏ ਪਿੱਛੇ ਕੋਈ ਵੀ ਪੇਰੈਂਟ ਤੁਹਾਡੇ ਕੋਲ ਆ ਕੇ ਗੁਜ਼ਾਰਿਸ਼ ਨਹੀਂ ਕਰੇਗਾ, ਤੁਹਾਡੇ ਕੋਲ ਅਗਰ ਰਾਇਤ ਨਹੀਂ ਮੰਗੇਗਾ। ਜੇ ਤੁਸੀਂ ਉਹਨਾਂ ਨੂੰ ਛੱਡਣਾ ਹੀ ਚਾਹੁੰਦੇ ਹੋ, ਉਹਨਾਂ ਦੀ ਟਿਊਸ਼ਨ ਫੀਸ, ਉਹਨਾਂ ਦੀ ਐਡਮਿਸ਼ਨ ਫੀਸ, ਜੋ ਅੱਜ ਦੇ ਹਾਲਾਤ ਨੇ, ਅੱਜ 60 ਦਿਨ ਤੋਂ ਲੋਕ ਘਰ ਬੈਠੇ ਨੇ ਜੀ, ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈ, 1 ਰੁਪਏ ਦਾ ਕੰਮ ਕਿਸੇ ਨੇ ਕੀਤਾ ਨਹੀਂ, ਔਰ ਕਿਸੇ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਕਿ ਸਾਡੇ ਨਾਲ ਇਹ ਵੀ ਹੋਏਗਾ, ਕਦੀ ਕਰੋਨਾ ਆਏਗਾ ਤੇ ਸਾਨੂੰ ਸਾਰਿਆਂ ਨੂੰ ਘਰੋਂ ਤੋਂ ਇੰਨਾ ਔਖਾ ਹੋਣਾ ਪਏਗਾ। ਅੱਜ ਲੋਕਾਂ ਨੂੰ ਰੋਟੀ ਖਾਣੀ ਔਖੀ ਹੋਈ ਹੈ, ਲੋਕ ਇੱਕ ਟਾਈਮ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਨੇ, ਇਹ ਚੀਜ਼ਾਂ ਲੋਕ ਨਹੀਂ ਪੇ ਕਰ ਪਾਉਣਗੇ। ਤੇ ਅੱਜ ਚਾਹੀਦਾ ਹੈ ਕਿ ਸਰਕਾਰ ਇਸ ਗੱਲ ਵੱਲ ਧਿਆਨ ਦੇਵੇ ਤੇ ਸਾਡੀਆਂ ਇਹ ਮੰਗਾਂ ਨੂੰ ਮੰਨੇ। ਬਟ ਸਰਕਾਰ ਨੇ ਇਹ ਵੀ ਕਿਹਾ ਵੀ ਜੇ ਕੋਈ ਫੀਸ ਲੇਟ ਭਰਦਾ ਹੈ ਤਾਂ ਉਹ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾਊਗਾ। ਸਰ ਉਹਨਾਂ ਨੇ ਤਾਂ ਕਹਿਤਾ, ਬਟ ਸਕੂਲ ਵਾਲੇ ਪ੍ਰੈਸ਼ਰ ਤਾਂ ਕਰਦੇ ਨੇ ਨਾ। ਸਰਕਾਰ ਤਾਂ ਇਹ ਵੀ ਕਹਿੰਦੀ ਕਿ ਸਕੂਲ 'ਚ ਫ੍ਰੀ ਬੱਚੇ 20% ਪੜ੍ਹਨੇ ਚਾਹੀਦੇ ਨੇ, ਬਟ ਕਿਤੇ 20% ਸਕੂਲ 'ਚ ਕਿਸੇ ਬੱਚੇ ਨਹੀਂ ਪੜ੍ਹਦੇ। ਹਰ ਸਕੂਲ ਦਾ, ਚਾਹੇ ਉਹ ਛੋਟੇ ਲੈਵਲ ਦਾ, ਚਾਹੇ ਉਹ ਰਿਕਸ਼ੇ ਵਾਲਾ ਬੱਚਾ ਹੈ, ਚਾਹੇ ਉਹ ਗੱਡੀ ਵਾਲਾ ਬੱਚਾ ਹੈ, ਉਹਨਾਂ ਨੂੰ ਕਿਹਾ ਜਾਂਦਾ ਅਗਰ ਫੀਸ ਲੇਟ ਹੈ ਤਾਂ ਫੀਸ ਲੇਟ ਚਾਰਜ ਵੀ ਲਾਇਆ ਜਾਂਦਾ ਜੀ, ਤੰਗ ਵੀ ਕੀਤਾ ਜਾਂਦਾ। ਜਿੱਦਾਂ ਪੇਪਰ ਆਉਂਦੇ ਨੇ, ਪੇਪਰਾਂ 'ਚ ਬੈਠਣ ਨਹੀਂ ਦਿੱਤਾ ਜਾਂਦਾ। ਉਸ ਟਾਈਮ ਕੋਈ ਸਰਕਾਰ, ਕੋਈ ਬੰਦਾ ਕਿ ਸੁਣਵਾਈ ਨਹੀਂ ਕਰਦਾ। ਕਿਸੇ ਵੀ ਸਕੂਲ ਦੇ ਬਾਹਰ ਤੁਸੀਂ ਜਾ ਕੇ ਦੇਖ ਲਓ, 2-4 ਪੇਰੈਂਟਸ ਤੁਹਾਨੂੰ ਰੋਂਦੇ ਨਜ਼ਰ ਆਉਣਗੇ ਇਹਨਾਂ ਗੱਲਾਂ ਨੂੰ ਲੈ ਕੇ। ਗੱਲ ਇਹ ਵੀ ਆਉਂਦੀ ਹੈ ਵੀ ਸਕੂਲ ਵੀ ਬੰਦ ਰਹੇ ਆ, ਅੱਗੋਂ ਉਹਨਾਂ ਨੇ ਵੀ ਆਪਣੇ ਪੇ ਕਰਨਾ ਹੈ, ਜਿਹੜੇ ਲੋਕ ਨੇ ਉਹਨਾਂ ਨੂੰ ਸਾਰਿਆਂ ਨੂੰ ਪੇ ਕਰਨਾ ਹੈ, ਟੀਚਰਸ ਨੂੰ ਪੇ ਕਰਨਾ ਹੈ, ਤਾਂ ਉਹਨਾਂ ਨੇ ਵੀ ਜੇ ਆਪਣਾ ਖਰਚਾ ਚਲਾਉਣਾ ਹੈ ਤਾਂ ਉਹਨਾਂ ਨੂੰ ਫੀਸ ਚਾਹੀਦੀ ਹੈ। ਬਿਲਕੁਲ, ਅਸੀਂ ਇਸ ਚੀਜ਼ ਨੂੰ ਸਵੀਕਾਰ ਕਰਦੇ ਹਾਂ ਜੀ। ਇੱਕ ਇੰਸਟੀਟਿਊਸ਼ਨ ਆਪਾਂ ਚਲਾ ਰਹੇ ਹਾਂ, ਉਹਦੇ ਵਿੱਚ ਕਿੰਨੇ ਲੋਕ ਇਨਵੋਲਵ ਨੇ, ਅਗਰ ਉਹਨੂੰ ਸੈਲਰੀਜ਼ ਦੇਣੀਆਂ ਨੇ, ਸਾਰਿਆਂ ਨੂੰ ਦੇਣੀਆਂ ਨੇ। ਲੇਕਿਨ ਅਸੀਂ ਪਿਛਲੇ 5 ਸਾਲਾਂ ਤੋਂ ਤਕਰੀਬਨ ਪੰਜਾਬ ਦੇ 80% ਸਕੂਲਾਂ ਦੇ ਡਾਟੇ ਚੈੱਕ ਕੀਤੇ ਨੇ ਜੀ। ਔਰ ਮੈਂ ਸਭ ਤੋਂ ਛੋਟੀ ਜਿਹੀ ਗੱਲ ਕਹਿੰਦਾ, ਸਕੂਲ ਕਹਿੰਦੇ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਜੀ, ਇਸ ਟਾਈਮ ਸਾਡੇ ਕੋਲੇ ਸਰਪਲਸ ਮਨੀ 1 ਰੁਪਿਆ ਵੀ ਨਹੀਂ ਹੈਗਾ। ਮੈਂ ਸਿਰਫ ਉਹਨਾਂ ਤੋਂ ਇੱਕੋ ਹੀ ਸਵਾਲ ਪੁੱਛੂੰਗਾ, ਔਰ ਪੰਜਾਬ ਸਰਕਾਰ ਨੂੰ ਜਾਂ ਤੁਹਾਨੂੰ ਸਾਰਿਆਂ ਨੂੰ, ਪਬਲਿਕ ਨੂੰ ਇੱਕ ਡਿਟੇਲ ਦੱਸਣਾ ਚਾਹੁੰਦਾ, ਇੱਕ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ ਕਿ ਸਕੂਲਾਂ ਕੋਲੇ ਕਿਹੜਾ ਪੈਸਾ ਪਿਆ ਹੈ। ਜੇ ਸਕੂਲ, ਇੱਕ ਉਸ ਤੋਂ ਪਹਿਲਾਂ ਇੱਕ ਗੱਲ ਕਹਿ ਦੇਵਾਂ, ਜੇ ਸਕੂਲ ਕਹਿੰਦੇ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ, ਤਾਂ ਕਿਉਂ ਨਹੀਂ ਉਹ ਆਪਣੇ ਬੈਂਕ ਅਕਾਊਂਟਾਂ ਦੀਆਂ ਪਾਸਬੁੱਕਸ ਜਾਂ ਸਟੇਟਮੈਂਟਸ ਨੂੰ ਪਬਲਿਕ ਕਰਦੇ? ਸਭ ਤੋਂ ਵੱਡੀ ਗੱਲ ਕਿ ਉਹ ਲਿਆਉਣ ਮੀਡੀਆ 'ਚ ਆਪਣੇ ਕਿ ਸਾਡੇ ਬੈਂਕ ਦੀਆਂ ਸਟੇਟਮੈਂਟਸ ਆਹ ਨੇ ਜੀ, ਸਾਡੇ ਕੋਲ ਤਾਂ 120 ਰੁਪਏ ਜਾਂ 100 ਰੁਪਏ ਅਕਾਊਂਟ 'ਚ ਰਹਿ ਗਿਆ। ਹੁਣ ਮੈਂ ਦੱਸਦਾ ਜੀ, ਉਹਨਾਂ ਕੋਲੇ ਕਿਹੜਾ ਸਰਪਲਸ ਪਿਆ ਮਨੀ। ਜਦੋਂ ਬੱਚੇ ਦੀ ਐਡਮਿਸ਼ਨ ਹੁੰਦੀ ਹੈ, ਨਵੀਂ ਐਡਮਿਸ਼ਨ ਹੁੰਦੀ ਹੈ, ਉਦੋਂ ਇੱਕ ਫੀਸ ਲਈ ਜਾਂਦੀ ਹੈ ਐਜ ਏ ਸਿਕਿਉਰਿਟੀ, ਔਰ ਉਹ ਸਿਕਿਉਰਿਟੀ ਰਿਫੰਡੇਬਲ ਹੁੰਦੀ ਹੈ ਜੀ। ਔਰ ਐਵਰੇਜ ਜਿਹੜੀ ਲੁਧਿਆਣੇ ਦੀ ਸਿਕਿਉਰਿਟੀ ਫੰਡ ਹੈ, ਜਿਹੜਾ ਰਿਫੰਡੇਬਲ ਹੈ, ਉਹ ਜੇ ਸਾਰੇ ਸਕੂਲਾਂ ਦਾ ਮੈਂ ਮਿਲਾ ਕੇ ਕਹਾਂ ਤਾਂ ਐਵਰੇਜ 3000 ਰੁਪਏ ਮੰਨ ਕੇ ਚੱਲਦਾ ਜੀ, ਵੀ ਇੱਕ ਬੱਚੇ ਨੂੰ 3000 ਰੁਪਈਆ ਐਜ ਏ ਸਿਕਿਉਰਿਟੀ ਸਕੂਲ ਨੂੰ ਦੇਣਾ ਪੈਂਦਾ। ਔਰ ਉਹ ਰਿਫੰਡ ਕਦੋਂ ਹੋਣਾ? ਜਦੋਂ ਤੁਹਾਡਾ ਬੱਚਾ ਨਰਸਰੀ ਤੋਂ ਬਾਅਦ +2 ਕਰਕੇ 14 ਸਾਲਾਂ ਬਾਅਦ ਤੁਹਾਡਾ ਬੱਚਾ ਸਕੂਲ ਤੋਂ ਲੀਵ ਕਰੂਗਾ। ਇਹ ਫੀਸ ਮੈਨੂੰ ਇਹ ਵੀ ਦਰਸ਼ਕਾਂ ਨੂੰ ਵੀ ਚਾਨਣਾ ਪਾਓ ਵੀ ਹਰ ਸਾਲ ਲਿੱਤੀ ਜਾਂਦੀ ਹੈ ਫੀਸ? ਨਹੀਂ ਜੀ, ਇਹ ਫੀਸ ਜਿਹੜੀ ਹੈ ਸਟਾਰਟਿੰਗ 'ਚ ਲਈ ਜਾਂਦੀ ਹੈ ਐਜ ਏ ਸਿਕਿਉਰਿਟੀ। ਐਡਮਿਸ਼ਨ ਫੀਸ ਹੈ ਜਾਂ ਐਨੂਅਲ ਚਾਰਜਸ, ਉਹ ਹਰ ਸਾਲ ਲੈ ਜਾਂਦੇ ਨੇ। ਮੈਂ ਸਿਕਿਉਰਿਟੀ ਫੰਡ ਦੀ ਜਿਸ ਦੀ ਗੱਲ ਕਰ ਰਿਹਾ ਹਾਂ, ਉਹ ਤੁਹਾਨੂੰ ਰਿਫੰਡੇਬਲ ਹੁੰਦਾ ਜਦੋਂ ਬੱਚਾ ਸਟਾਰਟਿੰਗ 'ਚ ਦਾਖਲ ਹੁੰਦਾ, ਉਦੋਂ ਲੈ ਲੈਂਦੇ ਜੀ।
ਔਰ ਐਂਡ ਤੇ ਜਦੋਂ ਬੱਚਾ ਪੂਰੀ ਕੰਪਲੀਟ ਕਰ ਲੈਂਦਾ ਸਟੱਡੀ ਉਸ ਸਕੂਲ 'ਚ, ਜਦੋਂ ਉਹਨੂੰ ਲਿਵਿੰਗ ਸਰਟੀਫਿਕੇਟ ਜਾਂ ਮਿਲਦਾ ਹੈ ਤਾਂ ਉਹਨੂੰ ਉਹ ਰਿਫੰਡ ਕੀਤਾ ਜਾਂਦਾ ਜੀ। ਔਰ ਰਿਫੰਡ ਕਿੰਨਾ ਕੀਤਾ ਜਾਂਦਾ? ਜਿੰਨੇ ਪੈਸੇ ਉਸਨੇ ਜਮ੍ਹਾਂ ਕਰਵਾਏ ਨੇ। ਸਪੋਜ਼ ਉਸਨੇ ਸਿਕਿਉਰਿਟੀ ਦੇ ਤੌਰ ਤੇ 3000 ਰੁਪਏ ਜਮ੍ਹਾਂ ਕਰਵਾਇਆ। ਹੁਣ ਤੁਸੀਂ ਕਹੋਗੇ 3000 ਨਾਲ ਕੀ ਕਿੱਥੋਂ ਪੇਰੈਂਟ ਦੀ ਟੀਚਰਾਂ ਦੀ ਆਪਾਂ ਤਨਖਾਹ ਦੇ ਦਾਂਗੇ? ਇੱਕ ਸਕੂਲ 'ਚ ਐਵਰੇਜ ਲੁਧਿਆਣੇ 'ਚ 2000 ਬੱਚਾ ਪੜ੍ਹਦਾ ਜੀ। ਦੈਟ ਮੀਨਜ਼ ਅਗਰ ਮੈਂ ਇਹਨੂੰ 3000 ਨਾਲ ਮਲਟੀਪਲਾਈ ਕਰਾਂ ਤਾਂ 60 ਲੱਖ ਰੁਪਈਆ ਬਣਦਾ ਜੀ। ਉਹ 60 ਲੱਖ ਰੁਪਇਆ ਮੈਂ ਮੰਨਦਾ ਇਸ ਸਾਲ ਮੇਰਾ ਬੱਚਾ ਦਾਖਲ ਹੋਇਆ ਨਰਸਰੀ 'ਚ, ਤਾਂ ਉਹਨਾਂ ਨੇ ਉਸ ਸਾਲ 60 ਲੱਖ ਰੁਪਇਆ ਇਕੱਠਾ ਕਰ ਲਿਆ। ਔਰ ਉਹ 60 ਲੱਖ ਮੋੜਨਾ ਕਦੋਂ ਹੈ? ਉਹ 60 ਲੱਖ ਮੋੜਨਾ ਕਦੋਂ? 14 ਸਾਲਾਂ ਬਾਅਦ। ਜੇ ਮੈਂ ਐਜ਼ ਏ ਅਕਾਊਂਟੈਂਟ, ਮੈਂ ਐਜ਼ ਐਨ ਆਰਕੀਟੈਕਟ ਹਾਂ, ਲੇਕਿਨ ਅਕਾਊਂਟਸ ਦੀ ਗੱਲ ਕਰਾਂ, 60 ਲੱਖ ਦੇ ਉੱਤੇ ਮੈਂ ਸਰਕਾਰੀ ਬੈਂਕ ਦਾ ਵਿਆਜ ਵੀ ਜੋੜਾਂ ਤਾਂ 7 ਸਾਲਾਂ ਬਾਅਦ ਉਹ ਡਬਲ ਹੋ ਜਾਣਾ ਹੈ। ਦੈਟ ਮੀਨਜ਼ ਉਹ 60 ਲੱਖ ਰੁਪਈਆ 7 ਸਾਲਾਂ ਬਾਅਦ 1 ਕਰੋੜ 20 ਲੱਖ ਰੁਪਏ ਹੋ ਜਾਣਾ ਹੈ। ਔਰ 14 ਸਾਲਾਂ ਤੱਕ ਜਾਂਦੇ ਜਾਂਦੇ ਉਹਨੇ 2 ਕਰੋੜ 40 ਲੱਖ ਰੁਪਏ ਹੋ ਜਾਣਾ। ਅਤੇ ਸਕੂਲ ਨੇ ਪੈਸੇ ਮੋੜਨੇ ਕਿੰਨੇ ਆ? 60 ਲੱਖ ਰੁਪਈਆ। ਸਕੂਲ ਨੇ ਤਾਂ ਬੇਸਿਕ ਜਿਹੜਾ ਲਿਆ ਵਾ ਉਹੀ 60 ਲੱਖ ਮੋੜਨਾ ਹੈ। ਹੁਣ 1 ਕਰੋੜ 80 ਲੱਖ ਰੁਪਏ ਕਿੱਥੇ ਹੈ? ਜਿਹੜਾ ਉਹਦਾ ਵਿਆਜ ਆ ਰਿਹਾ ਐਫ ਡੀ ਦਾ, ਜਿਹੜਾ ਫਿਕਸਡ ਡਿਪੋਜ਼ਿਟ ਪਿਆ ਤੁਹਾਡਾ, ਉਹਦਾ ਵਿਆਜ ਆ ਰਿਹਾ, ਕਿੱਥੇ ਜਾ ਰਿਹਾ ਹੈ? ਇਹ ਸਾਡਾ ਜਿਹੜਾ ਕੁਐਸਚਨ ਸੀਗਾ ਜਸਟਿਸ ਅਮਰਦੱਤ ਜੀ ਕਮੇਟੀ ਨੂੰ, ਉਹਨਾਂ ਨੂੰ ਵੀ ਲਿਖਿਆ ਹੋਇਆ ਸੀਗਾ। ਔਰ ਸਾਡੇ ਹੱਕ 'ਚ ਜਦੋਂ ਫੈਸਲਾ ਆਇਆ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੇਰੈਂਟਸ ਦੀ ਜਿਹੜੀ ਸਿਕਿਉਰਿਟੀ ਹੈ, ਸਿਕਿਉਰਿਟੀ ਫੰਡ ਹੈ, ਉਹਨੂੰ ਵਿਦ 9% ਪੇਰੈਂਟਸ ਨੂੰ ਫੰਡ ਕੀਤਾ ਜਾਵੇ। ਮੈਂ ਸਾਰੇ ਸਕੂਲਾਂ ਨੂੰ ਇਹ ਪੁੱਛਦਾ ਕਿ ਤੁਹਾਡੇ ਕੋਲ ਸਿਕਿਉਰਿਟੀ ਫੰਡ ਸਾਡਾ ਪਿਆ ਹੈ, ਸਪੋਜ਼ ਐਵਰੇਜ 3000 ਹੀ ਕਿਸੇ ਬੱਚੇ ਦਾ ਪਿਆ ਹੈ, ਤੁਸੀਂ ਉਹਨਾਂ 'ਚੋਂ ਜਿਹੜਾ ਉਹਦਾ ਵਿਆਜ ਉਹਦਾ ਲੈ ਲਓ। ਅਸੀਂ ਅੱਡ ਦੇ ਵਿਆਜ ਤਾਂ ਮੰਗਦੇ ਹੀ ਨਹੀਂਗੇ। ਜਾਂ ਤੁਸੀਂ ਸਾਡੀ ਸਿਕਿਉਰਿਟੀ ਐਡਜਸਟ ਕਰ ਦਿਓ, ਥੋੜ੍ਹਾ ਤੋਂ ਉਹ ਵੀ ਲਿਖ ਕੇ ਦੇਣ ਨੂੰ ਤਿਆਰ ਆ। ਲੇਕਿਨ ਇਸ ਟਾਈਮ ਹਾਲਾਤ ਇਹ ਨੇ ਕਿ 3 ਮਹੀਨੇ ਛੱਡੋ ਜੀ, ਪੇਰੈਂਟਸ ਘੱਟ ਤੋਂ ਘੱਟ 1 ਸਾਲ ਪ੍ਰੋਪਰ ਫੀਸ ਨਹੀਂ ਦੇ ਪਾਉਣਗੇ। ਮੈਂ ਦੁਬਾਰਾ ਫਿਰ ਉਹੀ ਗੱਲ ਕਰਦਾ, ਸਿੱਖਿਆ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਆਰਡਰਸ ਨੇ ਇਹਨਾਂ ਨੂੰ ਅਮੈਂਡਮੈਂਟ ਕੀਤੀ ਜਾਵੇ, ਕਲੀਅਰ ਕੱਟ ਉਹ 'ਚ ਲਿਖਿਆ ਜਾਵੇ ਕਿਹੜਾ ਫੰਡ ਬਿਲਕੁਲ ਛੱਡ ਦਿੱਤਾ ਗਿਆ, ਉਸ ਨੂੰ ਫੁੱਲ ਵੇਵ ਕਰ ਦਿੱਤਾ ਗਿਆ ਕਿ ਦੁਬਾਰਾ ਉਹ ਮੰਗਿਆ ਨਹੀਂ ਜਾਊਗਾ। ਮੈਂ ਦੁਬਾਰਾ ਨਾ ਮੰਗਣ ਦੀ ਇੱਕ ਗੱਲ ਬਾਰ-ਬਾਰ ਕਿਉਂ ਕਹਿ ਰਿਹਾ ਜੀ ਕਿ ਸਰਕਾਰ ਨੇ ਅੱਜ ਤੋਂ 1.5-2 ਮਹੀਨੇ ਪਹਿਲਾਂ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੀ ਇੰਡਸਟਰੀਲਿਸਟਾਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੱਤੀ ਕਿ ਇੱਕ ਮੰਥਲੀ ਫਿਕਸ ਚਾਰਜ ਹੁੰਦਾ ਜੀ, ਮਿਨੀਮਮ। ਜੇ ਤੁਹਾਡੀ ਫੈਕਟਰੀ ਨਹੀਂ ਵੀ ਚੱਲਦੀ ਤਾਂ ਵੀ ਤੁਹਾਨੂੰ ਪੇ ਕਰਨਾ ਪੈਂਦਾ ਕਿ ਉਹ ਤੁਹਾਡੇ ਤੋਂ ਨਹੀਂ ਲਿਆ ਜਾਂਦਾ। ਜਿੰਨੀ ਯੂਜ਼ਸ ਹੋਊਗੀ, ਜਿੰਨੇ ਯੂਨਿਟ ਤੁਸੀਂ ਚਲਾਓਗੇ ਤਾਂ ਉਨੇ ਤੁਹਾਡੇ ਤੋਂ ਪੈਸੇ ਲਏ ਜਾਣਗੇ, ਬਿੱਲ ਲਿਆ ਜਾਊਗਾ। ਲੇਕਿਨ 5-7 ਦਿਨ ਹੋਇਆ ਇੱਕ ਬਿਆਨ ਆ ਗਿਆ ਜੀ ਕਿ ਉਹ ਪੈਸੇ ਛੱਡੇ ਨਹੀਂ ਗਏ। ਜਿਹੜਾ ਮੰਥਲੀ ਮਿਨੀਮਮ ਫਿਕਸ ਚਾਰਜ ਸੀ ਉਹ ਛੱਡਿਆ ਨਹੀਂ ਗਿਆ, ਉਹਨੂੰ 12 ਕਿਸ਼ਤਾਂ 'ਚ ਡਿਵਾਈਡ ਕਰਕੇ ਤੁਹਾਡੇ ਖਾਤੇ 'ਚੋਂ ਲਿਆ ਜਾਊਗਾ। ਇੰਸਟਾਲਮੈਂਟ ਬਣਾਤੀ, ਛੱਡਿਆ ਨਹੀਂ ਗਿਆ। ਸੋ ਇਹੀ ਚੀਜ਼ ਇਸ ਕੇਸ 'ਚ ਵੀ ਹੋ ਸਕਦੀ ਹੈ ਕਿ ਜਿਹੜੇ ਐਨੂਅਲ ਚਾਰਜਸ ਨੇ, ਐਡਮਿਸ਼ਨ ਫੀਸ ਹੈ, ਉਹ 3 ਮਹੀਨੇ ਤੋਂ ਬਾਅਦ, ਇਸ ਆਰਡਰ ਤੋਂ ਬਾਅਦ ਹਾਲੇ ਦੀ ਘੜੀ ਤਾਂ ਲੈਣਗੇ ਨਹੀਂ। ਮੰਨ ਲਿਆ ਅਸੀਂ ਮੰਨ ਕੇ ਚੱਲਦੇ ਹਾਂ ਟਿਊਸ਼ਨ ਫੀਸ ਦੇਤੀ, ਕੀ ਉਹ ਬਿਲਕੁਲ ਛੱਡ ਦੇਣਗੇ? ਅਗਲੇ 6 ਮਹੀਨੇ ਬਾਅਦ ਫਿਰ ਕਹਿਣਗੇ ਜੀ ਛੱਡੇ ਨਹੀਂ ਸੀ, ਅਸੀਂ ਸਿਰਫ ਉਹ ਫਾਰ ਦਾ ਟਾਈਮ ਬੀਇੰਗ ਛੱਡੇ ਸੀ, ਹੁਣ ਤੁਹਾਡੇ ਤੋਂ ਵਸੂਲ ਕਰਨੇ ਆ। ਪੇਰੈਂਟਸ ਦੀ ਕੀ ਪੋਜੀਸ਼ਨ ਹੈ ਜੀ ਉਸ ਚੀਜ਼ ਦੀ? ਸੋ ਇਹੋ ਜਿਹੀਆਂ ਕਈ ਗੱਲਾਂ ਨੇ ਜਿਹੜੀਆਂ ਸਰਕਾਰ ਨੂੰ ਬਿਲਕੁਲ ਉਹ 'ਚ ਕਲੀਅਰ ਕੱਟ ਕਰਨੀਆਂ ਚਾਹੀਦੀਆਂ। ਦੂਜੀ, ਅਸੀਂ ਫਿਰ ਟਿਊਸ਼ਨ ਫੀਸ, ਜਿਹੜੀ ਗੱਲ ਮੇਨ ਅੱਜ ਟਿਊਸ਼ਨ ਫੀਸ ਦੀ ਹੀ ਹੋ ਰਹੀ ਹੈ, ਟਿਊਸ਼ਨ ਫੀਸ ਨੂੰ ਕਲੀਅਰ ਕਿਵੇਂ ਕੀਤਾ, ਜੱਜ ਕਿਵੇਂ ਕੀਤਾ? ਜਿਵੇਂ ਹੁਣ ਸਾਡੇ ਭਾਈ ਸਾਹਿਬ ਨੇ ਦੱਸਿਆ ਹੈ ਕਿ ਕਈ ਸਕੂਲਾਂ ਦੀ ਟਿਊਸ਼ਨ ਫੀਸ ਹੀ ਇੰਨੀ ਹੈ, ਬਾਕੀ ਦੇ ਖਰਚੇ ਹੈ ਹੀ ਨਹੀਂ, ਕਿਉਂਕਿ ਉਹ ਬਾਕੀ ਦੇ ਖਰਚੇ ਉਹਦੇ 'ਚ ਇਨਕਲੂਡ ਨੇ। ਅਸੀਂ ਡੀਓ ਲੈਵਲ 'ਤੇ ਜੋ ਸਿੱਖਿਆ ਮੰਤਰੀ ਸਾਹਿਬ ਨੇ ਜ਼ਿੰਮੇਵਾਰੀ ਡੀਓ ਸਾਹਿਬ ਦੀ ਲਾਈ ਹੈ, ਜਿੰਨੇ ਅਫਸਰਾਂ ਦੀ ਲਗਾਈ ਹੈ, ਉਹਨਾਂ ਨੂੰ ਇੱਕੋ ਗੱਲ ਕਹਿੰਦੇ ਆ ਜੀ, ਪੇਰੈਂਟਸ ਟਿਊਸ਼ਨ ਫੀਸ ਵੀ ਦੇ ਦੇਣਗੇ, ਲੇਕਿਨ ਜਸਟੀਫਾਈ ਕਰਾ ਦਿਓ। ਜਸਟੀਫਾਈ ਕਰਨ ਲਈ ਇੱਕ ਸੌਖਾ ਜਿਹਾ ਤਰੀਕਾ ਹੈ ਕਿ ਤੁਸੀਂ ਜਿੰਨੇ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲ ਨੇ ਉਹਨਾਂ ਤੋਂ ਪਿਛਲੇ 2 ਸਾਲਾਂ ਦਾ ਫੀਸ ਦਾ ਚਾਰਟ ਮੰਗਵਾ ਲਓ। ਚਾਰਟ ਦੇ ਵਿੱਚ ਬ੍ਰੇਕਅਪ ਕਰਾ ਕੇ ਹਰ ਫੰਡ ਦਾ ਡਿਫਰੈਂਟ ਨਾਮ ਸਾਨੂੰ ਸ਼ੋਅ ਕੀਤਾ ਜਾਣਾ ਚਾਹੀਦਾ ਕਿ ਇਸ ਫੰਡ ਦੇ ਇੰਨੇ ਪੈਸੇ ਲੈਣੇ ਜੀ, ਸਪੋਰਟਸ ਫੰਡ ਇੰਨੇ ਦਾ ਹੈ, ਜਨਰੇਟਰ ਫੰਡ ਇੰਨੇ ਦਾ ਹੈ, ਕੰਪਿਊਟਰ ਫੀਸ ਇੰਨੇ ਦੀ ਆ, ਸਮਾਰਟ ਕਲਾਸਿਸ ਦੇ ਇੰਨੇ ਪੈਸੇ ਨੇ। ਔਰ ਮੇਰੇ ਕੋਲ 4 ਸਕੂਲਾਂ ਦੇ ਇਹ ਫੀਸ ਚਾਰਟ ਪਏ ਨੇ ਆਲਰੇਡੀ, ਲੇਕਿਨ ਚਾਹੇ ਉਹ 2-3 ਸਾਲ ਪੁਰਾਣੇ ਨੇ, ਇਸ ਟਾਈਮ ਮੈਂ ਨਹੀਂ ਉਹਨਾਂ ਨੂੰ ਦਿਖਾ ਸਕਦਾ। ਅਤੇ ਮੈਂ ਜਦੋਂ ਵੀ ਜਨਤਕ ਤੌਰ 'ਤੇ ਮੈਨੂੰ ਕਦੇ ਮੀਡੀਆ ਕਵੇ ਜਾਂ ਕੋਈ ਵੀ ਮੈਨੂੰ ਕੋਈ ਸਕੂਲ ਕਹਿ ਦੇ, ਮੈਂ ਸਕੂਲ ਨੂੰ ਦਿਖਾ ਦੇਣਾ, ਸਰਕਾਰੀ ਅਫਸਰ ਕਵੇ, ਸਿੱਖਿਆ ਮੰਤਰੀ ਸਾਹਿਬ ਕਹਿਣ, ਮੈਂ ਦਿਖਾ ਸਕਦਾ। ਸੋ ਬ੍ਰੇਕਅਪ 2 ਸਾਲ ਦਾ ਸਾਨੂੰ ਉਹ ਦੇ ਦੇਣ ਅਤੇ ਅਸੀਂ ਫਿਰ ਟਿਊਸ਼ਨ ਫੀਸ ਬਾਰੇ ਸੋਚ ਸਕਦੇ ਹਾਂ। ਇੱਕ ਤੁਸੀਂ ਹੋਰ ਮੈਂ ਸੁਣਿਆ ਕੱਲ ਸੰਡੇ ਨੂੰ ਸਟੈਪ ਚੱਕਣ ਲੱਗੇ ਹੋ ਵੀ ਥਾਲੀਆਂ ਖੜਕਾ ਰਹੇ ਹੋ, ਉਹਦੇ ਬਾਰੇ ਜਰਾ ਚਾਨਣਾ ਪਾਓਗੇ ਵੀ ਉਹ ਕੀ ਚੱਕਰ ਕੀ ਹੈ? ਉਹ ਇਸ ਤਰ੍ਹਾਂ ਹੈ ਜੀ, ਜਦੋਂ ਇਹ ਕਰੋਨਾ ਦੀ ਮਹਾਮਾਰੀ ਸਟਾਰਟ ਹੋਈ ਹੈ, ਥੋੜ੍ਹੀ ਸਾਨੂੰ ਸਾਰਿਆਂ ਨੂੰ ਉਹਦੇ ਬਾਰੇ ਬਹੁਤੀ ਡਿਟੇਲਸ ਨਹੀਂ ਪਤਾ ਸੀ, ਸਰਕਾਰ ਨੂੰ ਵੀ ਸਮਝ ਨਹੀਂ ਸੀ ਆ ਰਹੀ ਉਦੋਂ। ਤੋ ਸਰਕਾਰ ਨੇ ਕੀ ਕੀਤਾ, ਸਾਡੇ ਮਾਣਯੋਗ ਪ੍ਰਾਈਮ ਮਿਨਿਸਟਰ ਸਾਹਿਬ ਨਰਿੰਦਰ ਮੋਦੀ ਨੇ ਇੱਕ ਸਾਨੂੰ ਸੰਕੇਤਕ ਤੌਰ 'ਤੇ ਕਿ ਅਸੀਂ ਯੂਨਿਟ ਹੈ, ਪੂਰਾ ਇੰਡੀਆ ਇੱਕ ਹੈ ਔਰ ਪੂਰੀ ਜਨਤਾ ਇਕੱਠੀ ਹੈ, ਉਸ ਲਈ ਇੱਕ ਸੰਕੇਤਕ ਤੌਰ 'ਤੇ ਸਾਨੂੰ ਇਹ ਗੱਲ ਕਹੀ ਕਿ ਸਾਰੇ ਇਸ ਟਾਈਮ 'ਤੇ
ਇਸ ਫਿਕਸ ਟਾਈਮ ਤੇ ਆਪਣੀ ਥਾਲੀ ਖੜਕਾਓ। ਜਾਂ ਉਹਨਾਂ ਨੇ ਫਿਰ ਇੱਕ ਗੱਲ ਕਹੀ ਸੀ, ਸ਼ਾਮ ਨੂੰ 5 ਮਿੰਟ ਲਈ ਸਾਰੀਆਂ ਬੱਤੀਆਂ ਆਫ ਕਰਕੇ ਤੁਸੀਂ ਕੈਂਡਲਸ ਜਗਾਓ ਜਾਂ ਕੁਝ ਹੋਰ ਛੋਟੀਆਂ ਲਾਈਟਸ ਜਗਾ ਕੇ ਸਿੰਬੋਲਿਕ ਤੌਰ ਤੇ ਅਸੀਂ ਦਿਖਾਈਏ ਕਿ ਪੂਰਾ ਇੰਡੀਆ ਇੱਕ ਹੈ, ਸਾਡੀ ਜਨਤਾ ਇੱਕ ਹੈ, ਇਕੱਠੇ ਹਾਂ ਅਸੀਂ, ਪੂਰਾ ਸਾਨੂੰ ਇੱਕ ਦੂਜੇ ਤੇ ਵਿਸ਼ਵਾਸ ਹੈ, ਅਸੀਂ ਮਿਨਿਸਟਰਸ ਦੇ ਸਾਰੇ ਮਤਲਬ ਪੂਰਾ ਦੇਸ਼ ਸਗਾ। ਉਹੀ ਚੀਜ਼ ਨੂੰ ਅਸੀਂ ਸੰਕੇਤਕ ਤੌਰ ਤੇ ਅੱਜ ਜਨਤਾ ਕਹਿ ਰਹੀ ਹੈ, ਅੱਜ ਪੰਜਾਬ ਦੀ ਜਨਤਾ ਕਹਿ ਰਹੀ ਹੈ ਕਿ ਇਸ ਸਮੇਂ ਤੇ ਇੰਨੇ ਮਿੰਟ ਲਈ ਥਾਲੀ ਖੜਕਾਓ ਜਾਂ ਹਾਰਨ ਵਜਾਓ ਜਾਂ ਘੰਟੀ ਵਜਾ ਲਓ ਜੀ, ਤਾਂ ਕਿ ਉਸ ਚੀਜ਼ ਉਹ ਅਸੀਂ ਇਸ ਲਈ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਲੋਕ ਬਹੁਤ ਪਰੇਸ਼ਾਨ ਨੇ ਜੀ। ਆਰਥਿਕ ਮੰਦਹਾਲੀ ਇੰਨੀ ਕੁ ਹੈ ਕਿ ਕੁਝ ਲੋਕ ਤਾਂ ਸ਼ਰਮ ਦੇ ਮਾਰੇ ਅੱਗੇ ਨਹੀਂ ਆਉਂਦੇ ਕਿ ਮਿਡਲ ਕਲਾਸ ਜਾਂ ਅਪਰ ਕਲਾਸ ਦੇ ਲੋਕ ਇਸ ਤਰ੍ਹਾਂ ਦੇ ਮੈਂ ਜਾਣਦਾ ਜਿਨ੍ਹਾਂ ਦੀ ਹਾਲਤ ਬਹੁਤ ਇਸ ਟਾਈਮ ਉਹਨਾਂ ਦੀ ਵੀ ਖਰਾਬ ਹੈ। ਥਾਲੀਆਂ ਹੁਣ ਤੁਸੀਂ ਫੀਸਾਂ 'ਤੇ ਖੜਕਾ ਰਹੇ ਹੋ ਜਾਂ ਹੋਰ ਵੀ ਵਿੱਚ ਮੁੱਦੇ ਲਿਆ ਰਹੇ? ਇਹ ਮੁੱਦੇ ਤਾਂ ਦੇਖੋ ਪਬਲਿਕ ਦੇ ਸਾਰੇ ਹੀ ਨੇ, ਲੇਕਿਨ ਉਹ ਮੁੱਦਿਆਂ ਨੂੰ ਸਾਡੀਆਂ ਹੋਰ ਵੀ ਸੰਸਥਾਵਾਂ ਜਾਂ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਨੇ। ਅਸੀਂ ਸਿਰਫ ਤੇ ਸਿਰਫ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਅੱਜ ਕਿ ਐਜੂਕੇਸ਼ਨ ਦੀ ਦੋ ਸਾਡੀਆਂ ਡਿਮਾਂਡਸ ਨੇ। ਇੱਕ ਤਾਂ ਜੀ ਦੇਖੋ ਘੱਟ ਤੋਂ ਘੱਟ 1 ਸਾਲ ਦਾ ਇੱਕ ਸੈਂਟਰ ਗੌਰਨਮੈਂਟ ਪੈਕੇਜ ਦੇਵੇ। ਮੈਂ ਸ਼ਾਬਾਸ਼ ਦਿੰਦਾ ਪੰਜਾਬ ਸਰਕਾਰ ਨੂੰ, ਬਹੁਤ ਉਹਨਾਂ ਦੇ ਰਿਣੀ ਆ, ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਆਰਡਰ ਜਾਰੀ ਕੀਤਾ ਹੈ, ਉਹਦੇ ਨਾਲ ਪੇਰੈਂਟਸ ਨੂੰ ਕਾਫੀ ਰਾਹਤ ਮਿਲੀ ਹੈ। ਰਾਹਤ ਮਿਲੀ ਹੈ, ਲੇਕਿਨ ਉਹ ਥੋੜ੍ਹਾ ਜਿਹਾ ਭੰਬਲ ਪੂਸੇ ਵਾਲਾ ਪੰਜਾਬੀ ਕਹ ਲਓ ਭੁਲੇਖੇ ਪਾਉਣ ਵਾਲਾ ਆਰਡਰ ਹੈ, ਉਹਨੂੰ ਕਲੀਅਰ ਕਰਤਾ ਜਾਵੇ ਤਾਂ ਘੱਟ ਤੋਂ ਘੱਟ ਮੈਂ ਮੰਨਦਾ ਸਟੇਟ ਗੌਰਨਮੈਂਟ ਦੀ ਇੱਕ ਜ਼ਿੰਮੇਵਾਰੀ ਕਾਫੀ ਹੱਦ ਤੱਕ ਖਤਮ ਹੋ ਜਾਂਦੀ ਹੈ। ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਤੀ ਹੈ। ਹੁਣ ਅਸੀਂ ਉਮੀਦ ਕਰਦੇ ਹਾਂ ਸੈਂਟਰ ਗੌਰਨਮੈਂਟ ਤੋਂ ਕਿ ਸਟੇਟ ਨੇ ਕੁਝ ਰਿਲੀਫ ਦਿੱਤੀ ਹੈ ਅਤੇ ਸੈਂਟਰ ਗੌਰਨਮੈਂਟ ਹੀ ਸਾਰੇ ਨੂੰ ਇਸ ਚੀਜ਼ ਨੂੰ ਵਾਚ ਕਰੇ, ਐਨਾਲਾਈਜ਼ ਕਰੇ। ਉਸ ਤੋਂ ਬਾਅਦ ਪੇਰੈਂਟਸ ਨੂੰ ਘੱਟ ਤੋਂ ਘੱਟ 1 ਸਾਲ ਦਾ ਇਸ ਤਰ੍ਹਾਂ ਦਾ ਪੈਕੇਜ ਉਹ ਦੇਵੇ। ਉਹ ਸਕੂਲਸ ਨੂੰ ਦੇਣਾ, ਉਹਨਾਂ ਨੇ ਰਿਲੀਫ ਕਿਸ ਤਰ੍ਹਾਂ ਐਡਜਸਟ ਕਰਨਾ ਉਹ ਕਰੇ, ਤਾਂ ਇੱਕ ਪਾਲਿਸੀ ਬਣਾਵੇ ਤਾਂ ਕਿ ਸਾਰੇ ਆਮ ਪਬਲਿਕ ਘੱਟ ਤੋਂ ਘੱਟ 1 ਸਾਲ ਲਈ ਫੀਸਾਂ ਲਈ ਪਰੇਸ਼ਾਨ ਨਾ ਹੋਵੇ। ਉਹ ਨਿਸ਼ਚਿੰਤ ਰਹੇ ਕਿ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਨਹੀਂ ਰੁਕੂਗੀ। ਕਿ ਦੋ ਮੌਲਿਕ ਚੀਜ਼ਾਂ ਹੁੰਦੀਆਂ ਨੇ ਜੀ ਜ਼ਿੰਦਗੀ ਦੀਆਂ, ਮੈਡੀਕਲ ਅਤੇ ਐਜੂਕੇਸ਼ਨ। ਇਹ ਜੇ ਦੋ ਸਹੀ ਹੋ ਜਾਣ ਤਾਂ ਕੋਈ ਵੀ ਆਰਾਮ ਨਾਲ ਤਰੱਕੀ ਕਰ ਸਕਦਾ। ਕਿਉਂਕਿ ਪ੍ਰੋਪਰਲੀ ਮੰਗ ਤਾਂ ਪਹਿਲਾਂ ਤਾਂ ਗੱਲ ਇਹ ਹੈ ਜੀ ਕਿ ਜੋ ਪੰਜਾਬ ਸਰਕਾਰ ਨੇ ਕੱਲ੍ਹ ਆਰਡਰ ਜਾਰੀ ਕੀਤੇ ਨੇ ਰਿਟਨ ਦੇ, ਉਹ ਦਿੱਲੀ ਹਾਈ ਕੋਰਟ ਦੇ ਬੇਸਿਸ ਦੇ ਫੈਸਲੇ ਦੇ ਆਧਾਰ 'ਤੇ ਕੀਤੇ ਨੇ। ਉਸੇ ਆਧਾਰ 'ਤੇ ਉਹ ਐਕਚੁਅਲੀ ਫੈਸਲਾ ਦਿੱਲੀ ਹਾਈ ਕੋਰਟ ਦਾ ਦਿੱਲੀ 'ਚ ਹੀ ਲਾਗੂ ਹੁੰਦਾ ਹੈ। ਬੇਸਿਕਲੀ ਪੰਜਾਬ ਸਰਕਾਰ ਉਹਦੇ ਲਈ ਮੋਡਰਨ ਨਹੀਂ ਹੈਗੀ। ਔਰ ਦਿੱਲੀ ਹਾਈ ਕੋਰਟ ਦੇ ਫੈਸਲੇ ਦੇ ਆਧਾਰ 'ਤੇ ਦਿੱਲੀ ਸਰਕਾਰ ਨੇ ਸੇਮ ਆਰਡਰ ਜਾਰੀ ਕੀਤੇ ਨੇ ਪੇਰੈਂਟਸ ਜਾਂ ਸਕੂਲ ਦੇ ਲਈ। ਮੈਂ ਇਹ ਉਮੀਦ ਕਰ ਰਿਹਾ ਸੀਗਾ ਕਿ ਪੰਜਾਬ ਸਰਕਾਰ ਥੋੜ੍ਹਾ ਉਸ ਤੋਂ ਅੱਗੇ ਚਲੀ ਜਾਊਗੀ ਔਰ ਥੋੜ੍ਹੀ ਰਾਹਤ ਜ਼ਿਆਦਾ ਦੇਊਗੀ ਪੇਰੈਂਟਸ ਨੂੰ। ਕੀ ਪੰਜਾਬ ਸਰਕਾਰ ਨਹੀਂ ਸੀ ਕਰ ਸਕਦੀ ਕਿ ਜੀ ਇੱਕ ਤਾਂ ਤੁਸੀਂ ਕਿਸੇ ਨੂੰ ਦੂਸਰੀ ਫੀਸਾਂ ਤਾਂ ਲੈਣੀ ਨਹੀਂ, ਜਿਹੜੇ ਚਾਰਜਸ ਨਹੀਂ ਲੈਣੇ, ਔਰ ਅਸੀਂ ਟਿਊਸ਼ਨ ਫੀਸ ਵੀ ਮਾਫ ਕਰਦੇ ਹਾਂ। ਪੰਜਾਬ ਸਰਕਾਰ ਬੀਅਰ ਕਰੂਗੀ ਇਸ ਚੀਜ਼ ਨੂੰ। ਉਸ ਤੋਂ ਇੱਕ ਸਟੈਪ ਅੱਗੇ ਜਾਂਦੇ ਤਾਂ ਅਸੀਂ ਕਹਿੰਦੇ ਹਾਂ, ਪੰਜਾਬੀ ਹੋਣ ਦੇ ਨਾਤੇ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਇੱਕ ਮਿਸਾਲ ਪੈਦਾ ਕਰਦੀ ਦੇਸ਼ 'ਚ ਕਿ ਠੀਕ ਹੈ ਜੀ ਇਸ ਟਾਈਮ ਮਾਪੇ ਪਰੇਸ਼ਾਨ ਨੇ ਅਤੇ ਅਸੀਂ ਉਹਨਾਂ ਦੀ ਪੂਰੀ ਫੀਸ ਵੇਵ ਆਫ ਕੀਤੀ ਹੈ। ਜੇ ਕੋਈ ਪ੍ਰੋਬਲਮ ਹੋਈ ਤਾਂ ਅਸੀਂ ਉਹਨੂੰ ਝੱਲਣ ਨੂੰ ਤਿਆਰ ਬੈਠੇ ਹਾਂ ਅਤੇ ਅਸੀਂ ਸੈਂਟਰ ਤੋਂ ਇਸ ਚੀਜ਼ ਦੀ ਮੰਗ ਕਰਾਂਗੇ। ਸਰਕਾਰ ਮੰਗ ਕਰ ਸਕਦੀ ਹੈ ਜੀ, ਸਾਨੂੰ ਮੰਗ ਨਹੀਂ ਕਰਨ ਦੀ ਲੋੜ ਸੀ। ਜਿਹੜੀ ਅੱਜ ਅਸੀਂ ਮੰਗ ਕਰ ਰਹੇ ਹਾਂ, ਅੱਜ ਸਰਕਾਰ ਨੂੰ ਮੰਗ ਕਰਨੀ ਚਾਹੀਦੀ ਸੀ। ਉਹਨਾਂ ਨੂੰ ਪੂਰੀ ਦੀ ਪੂਰੀ ਫੀਸ ਵੇਵ ਆਫ ਕਰਨੀ ਚਾਹੀਦੀ ਸੀ ਔਰ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਸੀ ਪੂਰੇ ਦੇਸ਼ ਦੇ ਲਈ, ਨਾ ਕਿ ਦਿੱਲੀ ਸਰਕਾਰ ਵਾਂਗੂ। ਮੈਂ ਇਹ ਵਰਡ ਕਹਿਣੇ ਨਹੀਂ ਚਾਹੁੰਦਾ ਕਿ ਫਿਰ ਉਹੀ ਗੱਲ ਹੋ ਜਾਂਦੀ ਹੈ ਕਿ ਪੰਜਾਬ ਸਰਕਾਰ ਤਾਂ ਦਿੱਲੀ ਸਰਕਾਰ ਦੀ ਰੀਸ ਕਰਦੀ ਹੈ ਜੀ। ਅਸੀਂ ਉਮੀਦ ਕਰਦੇ ਸੀ ਕਿ ਪੰਜਾਬ ਸਰਕਾਰ ਉਹ ਤੋਂ ਅੱਗੇ ਜਾਊਗੀ ਔਰ ਆਪਦੇ ਪਬਲਿਕ ਨੂੰ ਜਾਂ ਵੋਟਰਸ ਨੂੰ ਉਸ ਤੋਂ ਵੱਡੀ ਰਾਹਤ ਦੇਊਗੀ ਜੀ, ਲੇਕਿਨ ਉਹ ਕਰ ਨਹੀਂ ਪਾਏ। ਮੈਂ ਇਸ ਚੀਜ਼ ਤੋਂ ਥੋੜ੍ਹਾ ਨਿਰਾਸ਼। ਇਹ ਸਨ ਸਾਡੇ ਨਾਲ ਪੇਰੈਂਟਸ ਐਸੋਸੀਏਸ਼ਨ ਤੋਂ ਭਗਵੰਤ ਸਿੰਘ ਤੇ ਉਹਨਾਂ ਨਾਲ ਕੁਝ ਹੋਰ ਪੇਰੈਂਟਸ ਵੀ ਸੀ। ਜਿਵੇਂ ਕਿ ਉਹਨਾਂ ਨੇ ਦੱਸਿਆ ਵੀ ਜਿਹੜੀ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਹੈ ਉਹ ਕੋਈ ਵੱਡੀ ਰਾਹਤ ਨਹੀਂ ਹੈ, ਕਿਉਂਕਿ ਕਈ ਸਕੂਲਾਂ ਦੀ ਟਿਊਸ਼ਨ ਫੀਸ ਹੀ ਬਹੁਤ ਜ਼ਿਆਦਾ ਹੈ ਤੇ ਪੇਰੈਂਟਸ ਨੂੰ ਹੈ ਇਹਦੇ ਨਾਲ ਕੋਈ ਵੱਡੀ ਰਾਹਤ ਨਹੀਂ ਮਿਲ ਸਕਦੀ। ਵਧੇਰੇ ਅਪਡੇਟਸ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।